ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिहत तुम्हारी आप लियो तुम कथा सुधारी। सतनाम श्री वाहिगुरु जी। गौंड महला पंजवा। जाको राखै राखनहार इसका अंग करे निरंकार। जाको राखै राखनहार इसका अंग करे निरंकार। रहाओ। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तहद मालक। सहबे कमाल शब्द गुरु धन धन श्री गुरु ग्रंथ साहिब महाराज जी दे पावन चरणों में हाजरियां भर रहे गुरु प्यार वाले सतसंगी जनों, गुरु पातशाह जी ने बख्शिश की है। सतसंगत का अमोलक समा बख्शिया है। इस समय श्री आसा की वार दे कीर्तन होए ने। बहुत वड्डा भारी महात्म है श्री आसा की वार दे कीर्तन का। कोई भावना नाल श्रद्धा नाल करे सुने। गुरबाणी दे महान कीर्तन का महान भाव महान महात्म है, फल है। सो समा बनिया है गुरबाणी की पावन कथा नाल जुड़न दा। जिस बाबत सतगुरु जी फरमान करते ने, सब ते उत्तम हर की कथा नाम सुनत दर्द दुख लथा। सुन हर कथा उतारी मैल महापुनीत भये सुख सैल। चल रही पावन बाणी दी लड़ीवार कथा विचार दे तहत 868 अंग ते गौण राग दे विच श्री गुरु अर्जन देव जी महाराज जो बख्शिशां कर रहे हैं। सतगुरु जी के अमृत वचनां नाल जुड़ के आपां लाह प्राप्त करिए। गुरबाणी की कथा आरंभ करन तो पहला आओ मन बिरतियां करके धन धन श्री गुरु ग्रंथ साहिब महाराज जी के चरणों में अरदास बेनती जोदड़ी करिए। पातशाह किरपा करो, असी जीव गुनाहां दे भरे हुए हैं। असी जीव औगुणा नाल पापां नाल भरे हुए हाँ।
ਕਿਰਪਾ ਕਰੋ ਅਸੀਂ ਖੱਤੇ ਬਹੁਤ ਕਮਾਵੰਦੇ, ਕਿਛ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਹਗਾਰ। ਸੋ ਗੁਰਮੁਖੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੈ, ਬੇਨਤੀ ਹੈ, ਪਾਤਸ਼ਾਹ ਬਖਸ਼ ਲਓ, ਬਖਸ਼ ਲਓ। ਆਪਣੀ ਗੁਰਬਾਣੀ ਦੀ ਕਥਾ ਦਾ ਮਹਾਨ ਭਾਵ ਸਾਡੇ ਮਨਾਂ ਵਿੱਚ ਵਸਾਓ, ਐਸੀ ਕਿਰਪਾ ਕਰੋ। ਪ੍ਰਥਮ ਸ਼ਬਦ ਇਸ ਸਮੇਂ ਇੱਥੇ ਜੋ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚ ਦਰਸ਼ਨ ਕਰ ਰਹੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ 868 ਅੰਗ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਆਰੰਭ ਦੀਆਂ ਪੰਕਤੀਆਂ ਹੀ ਰਹਾਉ ਦਾ ਬੰਦ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਵੇਂ ਕੋਈ ਦੁਨਿਆਵੀ ਤੌਰ ਤੇ ਗਰੀਬ ਬੰਦਾ ਹੁੰਦਾ ਨਾ, ਗਰੀਬ ਬੰਦੇ ਨੂੰ ਕੋਈ ਬਹੁਤਾ ਖਤਰਾ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ, ਨਾ ਚੋਰਾਂ ਤੋਂ, ਨਾ ਡਾਕੂਆਂ ਤੋਂ, ਨਾ ਕਿਸੇ ਬਾਦਸ਼ਾਹ ਤੋਂ, ਨਾ ਕਿਸੇ ਰਿਸ਼ਤੇਦਾਰ ਤੋਂ। ਕਿਉਂਕਿ ਆਪਾਂ ਵੇਖਦੇ ਹਾਂ ਜਦੋਂ ਮਨੁੱਖ ਕੋਲ ਬਹੁਤ ਧਨ ਹੋਵੇ ਤੇ ਉਹਦੇ ਆਪਣੇ ਰਿਸ਼ਤੇਦਾਰ ਹੀ ਕਈ ਵਾਰ ਉਹਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ। ਬਹੁਤਾ ਧਨ, ਬਹੁਤਾ ਉਹਦੇ ਕੋਲ ਪ੍ਰਾਪਰਟੀ ਸੀ, ਆਪਣਿਆਂ ਨੇ ਹੀ ਉਹਨੂੰ ਕਤਲ ਕਰ ਦਿੱਤਾ, ਆਪਣਿਆਂ ਨੇ ਹੀ ਉਹਨੂੰ ਮਾਰ ਦਿੱਤਾ। ਜਾਂ ਕਿਤੇ ਕੋਈ ਬਾਦਸ਼ਾਹ, ਕੋਈ ਰਾਜਾ ਉਹਦੀ ਪ੍ਰਾਪਰਟੀ ਨੂੰ ਦੱਬ ਲੈਂਦਾ ਹੈ, ਉਹਨੂੰ ਕਿਸੇ ਨਾ ਕਿਸੇ ਮੁਕੱਦਮੇ ਦੇ ਵਿੱਚ ਉਲਝਾ ਦਿੰਦਾ ਹੈ। ਆਪਣੇ ਕੋਲੋਂ ਹੀ ਸਰਕਾਰਾਂ ਮੁਕੱਦਮੇ ਬਣਾ ਕੇ ਪਾ ਕੇ ਤੇ ਫਿਰ ਲੋਕਾਂ ਦੀ ਪ੍ਰਾਪਰਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀਆਂ ਨੇ, ਜਿੱਥੇ ਕਿਤੇ ਕਬਜ਼ਾ ਕਰਨਾ ਹੁੰਦਾ ਹੈ। ਜਾਂ ਚੋਰ ਡਾਕੂ ਵੀ ਲੁੱਟ ਲੈ ਜਾਂਦੇ ਨੇ, ਭਾਵ ਕਿ ਜਿਹਦੇ ਕੋਲ ਧਨ ਹੈ ਉਹਨੂੰ ਖਤਰਾ ਵੀ ਬਹੁਤ ਹੈ, ਉਹਨੂੰ ਬੜਾ ਸੁਚੇਤ ਹੋਣਾ ਪਵੇਗਾ ਕਾਨੂੰਨੀ ਤੌਰ ਤੇ ਵੀ ਸਭ ਤਰ੍ਹਾਂ ਕਰਕੇ ਕਿ ਕੋਈ ਵੀ ਉਹਨੂੰ ਨੁਕਸਾਨ ਨਾ ਪਹੁੰਚਾ ਸਕੇ। ਜਿਹੜੇ ਮਨੁੱਖ ਬੜੇ ਸੁਚੇਤ ਹੁੰਦੇ ਨੇ, ਸਰਕਾਰਾਂ ਵੀ ਛੇਤੀ ਕਰਕੇ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ, ਕਿਉਂਕਿ ਉਹਨੂੰ ਪਤਾ ਹੁੰਦਾ ਸਾਰਾ ਇਹ ਕਾਨੂੰਨ ਹੈ, ਇਹ ਕਾਨੂੰਨ ਹੈ। ਤੇ ਚੋਰਾਂ ਡਾਕੂਆਂ ਤੋਂ ਵੀ ਉਹ ਆਪਣੀ ਰੱਖਿਆ ਬੜਾ ਸੁਚੇਤ ਹੋ ਕੇ ਕਰਦਾ ਹੈ। ਜਿੱਥੇ ਕੋਈ ਅਣਗਹਿਲੀ ਕਰਦਾ ਹੈ ਉੱਥੇ ਮਾਰਿਆ ਜਾਂਦਾ ਹੈ। ਜਿਹਦੇ ਕੋਲ ਧਨ ਹੈ ਉਹਨੂੰ ਦੁਨਿਆਵੀ ਤੌਰ ਤੇ ਖਤਰਾ ਹੈ, ਜਿਹਦੇ ਕੋਲ ਬੰਦਗੀ ਦਾ ਧਨ ਹੈ ਉਹਨੂੰ ਰੂਹਾਨੀ ਤੌਰ ਤੇ ਖਤਰਾ ਹੈ। ਪਾਤਸ਼ਾਹ ਕਹਿੰਦੇ ਉਹਨੂੰ ਵੀ ਕਈ ਪ੍ਰਕਾਰ ਦਾ ਖਤਰਾ ਹੈ। ਇਸ ਕਰਕੇ ਉਸ ਗੁਰਮੁਖ ਨੂੰ ਕੀ ਕਰਨਾ ਚਾਹੀਦਾ ਹੈ? ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਰਹੇ, ਸਤ ਸੰਗਤ ਦਾ ਓਟ ਆਸਰਾ ਲੈ ਕੇ ਰਹੇ। ਜਿਸ ਸਮੇਂ ਬਾਬਾ ਫਰੀਦ ਜੀ ਕਹਿੰਦੇ ਬੰਦਗੀ ਕਰਨ ਚੱਲੇ ਨਾ ਤਪੋਵਨ ਦੇ ਵਿੱਚ, ਤਾਂ ਉਹਨਾਂ ਦੀ ਮਾਤਾ ਬ੍ਰਹਮ ਗਿਆਨ ਦੀ ਅਵਸਥਾ ਵਾਲੀ ਹੋਈ ਹੈ, ਬ੍ਰਹਮ ਗਿਆਨੀ ਸੀ, ਬੜੀ ਬੰਦਗੀ ਵਾਲੀ ਉਹ ਮਾਤਾ। ਉਸ ਐਸੀਆਂ ਮਾਤਾ ਬਾਰੇ ਬਾਣੀ ਵਿੱਚ ਲਿਖਿਆ ਹੈ, ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਉਹ ਮਾਤਾ ਧਨ ਹੈ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਉਹ ਮਾਂ ਧਨ ਹੈ ਜਿਸ ਨੇ ਇਸ ਤਰ੍ਹਾਂ ਦੇ ਭਗਤ ਨੂੰ ਜਨਮ ਦਿੱਤਾ ਹੈ, ਕਿਉਂਕਿ ਉਸਨੇ ਜਨਮ ਹੀ ਨਹੀਂ ਦਿੱਤਾ ਬਲਕਿ ਉਹਨੂੰ ਭਗਤ ਬਣਾਇਆ ਵੀ ਹੈ। ਆਪਣੀ ਬੰਦਗੀ ਫਿਰ ਉਸ ਬੱਚੇ ਨੂੰ ਬੰਦਗੀ ਕਰਨ ਵਿੱਚ ਲਾਇਆ। ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੂੰ ਕੁਰਾਨ ਸ਼ਰੀਫ ਯਾਦ ਕਰਾ ਦਿੱਤਾ ਗਿਆ। ਤਾਂ ਬਾਬਾ ਫਰੀਦ ਜੀ ਮਾਤਾ ਆਪਣੇ ਪੁੱਤਰ ਫਰੀਦ ਨੂੰ ਕਹਿਣ ਲੱਗੀ, ਤੁਸੀਂ ਭਗਤੀ ਕਰਨ ਚੱਲੇ ਹੋ ਪੁੱਤਰ ਜੀ, ਤਿੰਨ ਗੱਲਾਂ ਪੱਲੇ ਬੰਨ੍ਹ ਲਓ, ਸਫਲ ਹੋ ਜਾਵੋਗੇ। ਉਹ ਤਿੰਨ ਗੱਲਾਂ ਕਿਹੜੀਆਂ ਹਨ? ਇੱਕ ਤਾਂ ਸਦਾ ਕਿਲੇ ਦੇ ਵਿੱਚ ਰਹਿਣਾ, ਕਿਲੇ ਵਿੱਚ ਰਹਿਣਾ ਤੁਹਾਡੀ ਰੱਖਿਆ ਹੋਈ ਰਹੇਗੀ, ਤੁਹਾਡਾ ਕੋਈ ਕੁਝ ਵਿਗਾੜ ਨਹੀਂ ਸਕੇਗਾ।
ਦੂਸਰਾ 36 ਪ੍ਰਕਾਰ ਦੇ ਪਦਾਰਥ ਛਕਣੇ। ਤੀਸਰਾ ਵਧੀਆ ਮਖਮਲ ਦੇ ਗਦਿਆਂ ਤੇ ਆਰਾਮ ਕਰਨਾ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਤਾ ਮੈਂ ਤਾਂ ਜੰਗਲ ਵਿੱਚ ਚੱਲਿਆ, ਉੱਥੇ ਚੀਜ਼ਾਂ ਕਿਤੇ। ਤਾਂ ਬਾਬਾ ਫਰੀਦ ਜੀ ਦੀ ਮਾਤਾ ਕਹਿਣ ਲੱਗੀ, ਪੁੱਤਰ ਅਸੀਂ ਦੁਨਿਆਵੀ ਚੀਜ਼ਾਂ ਦੀ ਗੱਲ ਨਹੀਂ ਕਰ ਰਹੇ, ਰੂਹਾਨੀ ਪੱਖ ਦੇ ਵਿੱਚ ਇਹ ਕੁਝ ਚਾਹੀਦਾ ਹੈ। ਕਿਲਾ ਕਿਹੜਾ ਹੈ? ਸੰਗਤ। ਜਿਹੜਾ ਕਿਲਾ ਹੈ ਉਹ ਸਤ ਸੰਗਤ ਹੈ। ਜਿਹੜਾ ਵੀ ਬੰਦਗੀ ਕਰਨ ਵਾਲਾ ਸੰਗਤ ਵਿੱਚ ਬੈਠਦਾ ਹੈ, ਸੰਗਤ ਦੀ ਓਟ ਲੈ ਕੇ ਚੱਲਦਾ ਹੈ, ਉਹਨੂੰ ਹੰਕਾਰ ਆਦਿਕ ਇਹ ਵੈਰੀ ਲੁੱਟ ਨਹੀਂ ਸਕਦੇ, ਉਹਦਾ ਕੁਝ ਨਹੀਂ ਵਿਗਾੜ ਸਕਦੇ। ਜਿਹੜਾ ਸੰਗਤ ਕਰਨੀ ਛੱਡ ਦਿੰਦਾ ਹੈ, ਬੰਦਗੀ ਤਾਂ ਕਰੀ ਜਾਂਦਾ ਹੈ, ਫਿਰ ਹੰਕਾਰ ਆਦਿਕ ਵਕਾਰ ਆਦਿਕ ਉਹਨੂੰ ਆ ਕੇ ਦਬਾ ਲੈਂਦੇ ਨੇ। ਖਾਸ ਕਰਕੇ ਹਉਮੈ ਤਾਂ ਆ ਹੀ ਜਾਂਦੀ ਹੈ ਕਿ ਮੈਂ ਬੜੀ ਬੰਦਗੀ ਕਰਦਾ, ਮੈਂ ਤਾਂ 8 ਪਹਿਰੀ ਬਾਣੀ ਪੜ੍ਹੀ ਜਾ ਰਿਹਾ। ਸਤ ਸੰਗਤ ਰੂਪੀ ਕਿਲੇ ਦੇ ਵਿੱਚ ਰਹਿਣਾ ਹੈ। ਭੱਟ ਕੀਰਤ ਜੀ ਵੀ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ, ਜਦੋਂ ਅਸੀਂ ਪਾਤਸ਼ਾਹ ਤੇਰੀ ਸ਼ਰਨ ਵਿੱਚ ਆਏ, ਤੇਰੀ ਸੰਗਤ ਵਿੱਚ ਆਏ ਨਾ, ਤਾਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਹੁਣ ਮਹਿਫੂਜ਼ ਹਾਂ। ਹੁਣ ਸਾਨੂੰ ਵਕਾਰਾਂ ਰੂਪੀ ਜਮਾ ਤੋਂ ਡਰਨ ਦੀ ਲੋੜ ਨਹੀਂ, ਉਹ ਡਰ ਖਤਮ ਹੋ ਗਿਆ ਜਿਹੜੇ ਵਕਾਰ ਸਾਡੇ ਪਿੱਛੇ ਲੱਗੇ ਹੋਏ ਸੀ। ਆਪਾਂ ਇਹ ਬਚਨ ਆਮ ਪੜ੍ਹਦੇ ਹਾਂ, ਭੱਟ ਕੀਰਤ ਜੀ ਦੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਚਾੜ ਵਿਕੈ ਵਿਕਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਉੱਤਮ ਪੰਥ, ਸਭ ਨਾਲੋਂ ਉੱਤਮ ਮਾਰਗ ਗੁਰੂ ਦੀ ਸੰਗਤ ਹੈ, ਜਿੱਥੇ ਇਹ ਵਕਾਰ ਪੰਜੇ ਹਾਵੀ ਨਹੀਂ ਹੁੰਦੇ। ਜਿਹੜਾ ਗੁਰੂ ਦੀ ਸੰਗਤ ਦਾ ਓਟ ਆਸਰਾ ਲੈ ਕੇ ਚੱਲੇਗਾ, ਉਹ ਇਹਨਾਂ ਪੰਜਾਂ ਵਕਾਰਾਂ ਦੀ ਮਾਰ ਤੋਂ ਬਚਿਆ ਰਹੇਗਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਪਾਤਸ਼ਾਹ ਮੇਰੀ ਅਰਦਾਸ ਹੈ, ਮੈਨੂੰ ਆਪਣੀ ਸੰਗਤ ਵਿੱਚ, ਮੈਨੂੰ ਆਪਣੀ ਸ਼ਰਨ ਵਿੱਚ ਰੱਖੋ। ਤਾਂ ਇਹ ਉੱਤਮ ਹੈ, ਸਭ ਨਾਲੋਂ ਉੱਤਮ ਕਿਲਾ, ਜਿੱਥੇ ਕੋਈ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ। ਸਤ ਸੰਗਤ ਰੂਪੀ ਕਿਲੇ ਵਿੱਚ ਰਹਿਣਾ, ਭਾਵ ਮਹਾਤਮਾ ਦੀ ਸੰਗਤ ਕਰਦੇ ਰਹਿਣਾ। ਦੂਸਰਾ ਕਿ 36 ਪ੍ਰਕਾਰ ਦੇ ਪਦਾਰਥ ਛਕਣੇ। ਜਦੋਂ ਭੁੱਖ ਲੱਗੇ ਉਦੋਂ ਹੀ ਕੁਝ ਛਕਣਾ, ਵਰਨਾ ਕੁਝ ਨਹੀਂ ਛਕਣਾ, ਬੰਦਗੀ ਕਰੀ ਜਾਣੀ। ਜਦੋਂ ਤੁਹਾਨੂੰ ਭੁੱਖ ਲੱਗੀ ਹੋਵੇ, ਸੁੱਕੀ ਰੋਟੀ ਵੀ ਅੰਮ੍ਰਿਤ ਲੱਗਦੀ ਹੈ। ਭੁੱਖ ਨਾ ਲੱਗੀ ਹੋਵੇ, ਬੰਦਾ ਕੁਝ ਖਾਵੇ, ਉਹ ਪਦਾਰਥ ਸਵਾਦ ਨਹੀਂ ਦਿੰਦਾ। ਫਿਰ ਬਹੁਤਾ ਰੱਜਿਆ ਹੋਇਆ ਵੀ ਜਿਹੜਾ ਪਦਾਰਥਾਂ ਵਿੱਚ ਹੀ ਫਸਿਆ ਬੈਠਾ, ਉਹ ਬੰਦਗੀ ਨਹੀਂ ਕਰ ਸਕਦਾ। ਬਾਣੀ ਵਿੱਚ ਲਿਖਿਆ ਹੈ, ਫਿਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਬਸ ਭੋਜਨ ਪਦਾਰਥਾਂ ਨੂੰ ਛਕਣ ਵਿੱਚ ਹੀ ਲੱਗਾ ਰਿਹਾ, ਖਾ ਖਾ ਕੇ ਸਰੀਰ ਨੂੰ ਵਧਾ ਲਿਆ, ਆਕਾਰ ਨੂੰ ਵਧਾ ਲਿਆ, ਤੇ ਬੰਦਗੀ ਕੀਤੀ ਨਹੀਂ ਹੈ। ਉਹਦਾ ਤਿਨਕਾ ਖਾਧਾ ਪੈਦਾ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਦਾ ਖਾਇਆ ਪਹਿਨਿਆ ਹੋਇਆ ਪ੍ਰਵਾਨ, ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ, ਮਹਾਰਾਜ ਕਹਿੰਦੇ ਉਹਨਾਂ ਨੂੰ ਲਾਹਨਤਾਂ ਹਨ, ਫਿਟਕਾਰਾਂ ਹਨ। ਤੀਸਰਾ ਕਿ ਮਖਮਲੀ ਗਦੇਲਿਆਂ ਤੇ ਗੱਦਿਆਂ ਤੇ ਸੌਣਾ। ਜਦੋਂ ਨੀਂਦ ਆਵੇ ਉਦੋਂ ਹੀ ਸੌਵੋ, ਤਾਂ ਉਹ ਨੀਂਦ ਵਧੀਆ ਹੁੰਦੀ ਹੈ। ਜਦੋਂ ਨੀਂਦ ਆਉਂਦੀ ਹੈ, ਮਾਣਾ ਵਿੱਚ ਪਿਆ ਹੋਇਆ ਜ਼ਿਮੀਂਦਾਰ ਉੱਥੇ ਹੀ ਸੌ ਜਾਂਦਾ, ਵੱਟਿਆਂ ਵਿੱਚ ਪਿਆ ਹੋਇਆ ਵੀ, ਤੇ ਨੀਂਦ ਨਾ ਆਵੇ ਤੇ ਮਖਮਲੀ ਗੱਦਿਆਂ ਤੇ ਵੀ ਨੀਂਦ ਨਹੀਂ ਆਉਂਦੀ, ਬੰਦਾ ਪਾਸੇ ਮਾਰੀ ਜਾਂਦਾ ਹੈ। ਜਦੋਂ ਨੀਂਦ ਆਵੇ ਉਦੋਂ ਸੌਵੋਗੇ ਤਾਂ ਸੁੱਖ ਆਰਾਮ ਮਿਲੇਗਾ। ਇਹ 3 ਵਚਨ ਅੰਤਰੀਵ ਭਾਵ ਦੇ ਬਾਬਾ ਫਰੀਦ ਜੀ ਦੀ ਮਾਤਾ ਨੇ ਉਹਨਾਂ ਨੂੰ ਆਖੇ, ਤੇ ਉਹਨਾਂ ਨੇ ਵੇਖੋ ਫਿਰ ਬੰਦਗੀ ਕਰਕੇ ਕਿੰਨਾ ਵੱਡਾ ਮੁਰਾਤਬਾ ਪ੍ਰਾਪਤ ਕੀਤਾ ਹੈ। ਆਪਾਂ ਇੱਥੇ ਜਿਹੜਾ ਬਚਨ ਵਿਚਾਰ ਰਹੇ ਹਾਂ, ਰੱਖਿਆ ਗੁਰੂ ਦੀ ਸੰਗਤ। ਜਿਹੜਾ ਪਹਿਲਾ ਬਚਨ ਬਾਬਾ ਫਰੀਦ ਜੀ ਦੀ ਮਾਤਾ ਨੇ ਆਖਿਆ ਸੀ, ਸੰਗਤ ਵਿੱਚ ਰਹੇਗਾ ਪੁੱਤ ਤੇ ਕੋਈ ਵਕਾਰ ਤੇਰੇ ਤੇ ਹਾਵੀ ਨਹੀਂ ਹੋ ਸਕੇਗਾ। ਭੱਟ ਕੀਰਤ ਜੀ ਕਹਿੰਦੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ।
ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਿਆਂ ਵੀ ਖਤਰਾ ਹੈ। ਜਿਵੇਂ ਦੁਨਿਆਵੀ ਧਨ ਕਮਾਓ, ਜਿਹੜਾ ਬੰਦਾ ਦੁਨਿਆਵੀ ਤੌਰ ਤੇ ਅਮੀਰ ਹੈ ਉਹਨੂੰ ਬੜਾ ਖਤਰਾ ਹੈ, ਗਰੀਬ ਨੂੰ ਕੋਈ ਖਤਰਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਕੋਈ ਬੰਦਗੀ ਨਹੀਂ ਕਰਦਾ ਉਹਨੂੰ ਵਕਾਰ ਨਹੀਂ ਕੁਝ ਕਹਿੰਦੇ ਛੇਤੀ। ਜਿਹੜਾ ਕੋਈ ਜਪ ਤਪ ਨਹੀਂ ਨਾ ਕਰ ਰਿਹਾ ਉਹਦੇ ਤੇ ਵਕਾਰ ਹਾਵੀ ਨਹੀਂ ਹੁੰਦੇ। ਵਕਾਰ ਵੀ ਉੱਥੇ ਹਮਲਾ ਬੋਲਦੇ ਨੇ ਜਿੱਥੇ ਕੋਈ ਜਪ ਤਪ ਕਰ ਰਿਹਾ, ਜਿੱਥੇ ਕੋਈ ਬੰਦਗੀ ਕਰ ਰਿਹਾ ਹੈ, ਜਿਹਦੇ ਕੋਲ ਬੰਦਗੀ ਦਾ ਧਨ ਹੈ, ਤੇ ਉਹ ਵਕਾਰ ਕੀ ਕਹਿੰਦੇ ਨੇ ਵੀ ਇਸ ਬੰਦੇ ਦਾ ਨਿਤਨੇਮ ਤੋੜ ਦਿੱਤਾ ਜਾਵੇ, ਇਹਦਾ ਗੁਰੂ ਨਾਲੋਂ ਪ੍ਰੇਮ ਤੋੜ ਦਿੱਤਾ ਜਾਵੇ, ਇਹਨੂੰ ਲੁੱਟ ਲਿਆ ਜਾਵੇ। ਲੂਟ ਲੈ ਸਾਖਤ ਪਤ ਖੋਵੈ, ਸਾਖਤਾਂ ਨੂੰ ਲੁੱਟ ਲੈਂਦੇ ਨੇ। ਗੁਰਮੁਖ ਸੁਚੇਤ ਹੋ ਕੇ ਰਹਿੰਦੇ ਨੇ, ਇਸ ਕਰਕੇ ਇਹਨਾਂ ਦੀ ਗ੍ਰਿਫਤ ਦੇ ਵਿੱਚ ਉਹ ਨਹੀਂ ਆਉਂਦੇ, ਕਿਉਂਕਿ ਉਹ ਸਦਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਪਾਤਸ਼ਾਹ ਸਾਡੀ ਰੱਖਿਆ ਤੂੰ ਕਰਨੀ ਹੈ, ਇਹਨਾਂ ਵਕਾਰਾਂ ਤੋਂ ਬਚਾ ਕੇ ਰੱਖਣਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਗੌਂਡ ਮਹਲਾ ਪੰਜਵਾ। ਗੌਂਡ ਰਾਗ ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਜਾ ਕੋ ਰਾਖੈ ਰਾਖਣਹਾਰ, ਜਿਸ ਕਾ ਅੰਗ ਕਰੇ ਨਿਰੰਕਾਰ ਰਾਓ। ਜਿਸ ਨੂੰ ਉਹ ਰੱਖਣ ਵਾਲਾ ਵਾਹਿਗੁਰੂ ਰੱਖਦਾ ਹੈ, ਰਾਖੀ ਕਰਦਾ ਹੈ। ਉਹਦਾ ਅੰਗ ਦਾ ਇੱਥੇ ਅਰਥ ਹੈ ਪੱਖ ਕਰਨਾ, ਉਹਦਾ ਪੱਖ ਵਾਹਿਗੁਰੂ ਆਪ ਪੂਰਦਾ, ਉਹਦੇ ਨਾਲ ਖੜ ਜਾਂਦਾ ਹੈ। ਕਿਉਂ ਖੜਦਾ ਹੈ? ਕਿਉਂਕਿ ਉਹਨੇ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ। ਜਿਵੇਂ ਆਪਾਂ ਵੇਖਦੇ ਹਾਂ ਕਈ ਬੰਦਿਆਂ ਨੂੰ ਜਦੋਂ ਲੱਗਦਾ ਹੈ ਨਾ ਵੀ ਸਾਨੂੰ ਖਤਰਾ ਹੈ, ਵੈਸੇ ਤੇ ਅੱਜ ਕੱਲ ਵੈਸੇ ਹੀ ਲੋਕ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਸਰਕਾਰ ਕੋਲੋਂ ਨਾ ਬੋਡੀਗਾਰਡ ਮੰਗ ਲੈਂਦੇ ਨੇ ਵੀ ਸਾਨੂੰ ਖਤਰਾ ਹੈ ਜੀ। ਹਾਂ, ਕਈ ਵਾਕਿਆ ਹੀ ਜਿਨ੍ਹਾਂ ਦੀ ਜਾਨ ਨੂੰ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਨਾ, ਉਹ ਸਰਕਾਰ ਕੋਲ ਫਿਰ ਅਰਜੀ ਦਿੰਦੇ ਨੇ ਲਿਖ ਕੇ। ਉਹ ਕਹਿੰਦੇ ਨੇ ਵੀ ਸਾਡੀ ਜਾਨ ਨੂੰ ਖਤਰਾ ਹੈ। ਫਿਰ ਸਰਕਾਰ ਕੀ ਕਰਦੀ ਹੈ, 2-4 ਪੁਲਿਸ ਦੇ ਮੁਲਾਜ਼ਮ ਉਹਦੇ ਨਾਲ ਲਾ ਦਿੰਦੇ ਨੇ ਵੀ ਇਹ ਤੇਰੇ ਨਾਲ ਰਹਿਣਗੇ, ਤੇਰੀ ਰੱਖਿਆ, ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਜ਼ੀ ਭੇਜਦਾ ਹੈ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ, ਮਹਾਰਾਜ ਮੇਰੀ ਵਕਾਰਾਂ ਤੋਂ ਰੱਖਿਆ ਕਰੋ, ਪਾਪਾਂ ਤੋਂ ਮਾੜੇ ਕਰਮਾਂ ਤੋਂ ਮੇਰੀ ਰੱਖਿਆ ਕਰੋ। ਤੇ ਗੁਰੂ ਨੇ ਕੀ ਕੀਤਾ ਹੈ, ਸਾਨੂੰ ਸ਼ਬਦ ਦੇ ਦਿੱਤਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਤੇ ਬੋਡੀਗਾਰਡ ਹਰ ਸਮੇਂ ਨਾਲ ਰੱਖਣੇ ਪੈਂਦੇ ਨੇ, ਜਿਹਨੇ ਜਿਹਨੇ ਆਪਣੀ ਅਰਜ਼ੀ ਦਿੱਤੀ ਹੈ। ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਰਹੇਗਾ, ਗੁਰੂ ਦਾ ਸ਼ਬਦ ਫਿਰ ਉਹਦੀ ਰਾਖੀ ਕਰਦਾ ਹੈ। ਗੁਰੂ ਦਾ ਸ਼ਬਦ ਉਹਦੀ ਰਾਖੀ ਕਰਦਾ ਹੈ। ਜਿਵੇਂ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਦੀ ਉਥਾਨਕਾ ਪੜ੍ਹੀਏ ਨਾ, ਸਾਡੀਆਂ ਸੰਪਰਦਾਵਾਂ ਨੇ ਉਹਦੀ ਉਥਾਨਕਾ ਲਿਖੀ ਹੈ। ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾ ਰਹੇ ਸਨ, ਉਸ ਸਮੇਂ ਇੱਕ ਸੌਦਾਗਰ ਸਿੱਖ ਆਇਆ। ਉਹਨੇ ਆ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਮੈਂ ਸੌਦਾਗਰ ਹਾਂ, ਦੂਰ ਦੂਰ ਵਪਾਰ ਕਰਨ ਜਾਂਦਾ ਹਾਂ, ਮੈਨੂੰ ਕਈ ਵਾਰ ਲੁੱਟ ਲੈ ਜਾਂਦੇ ਨੇ ਡਾਕੂ ਚੋਰ ਆ ਕੇ, ਤੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਕੋਈ ਐਸਾ ਸ਼ਬਦ ਦੇਵੋ ਕਿ ਮੇਰੀ ਰੱਖਿਆ ਹੋਵੇ। ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਉਸ ਸਮੇਂ ਤੱਕ 3 ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੜ੍ਹੇ ਜਾਂਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਇਹ ਸ਼ੁਰੂ ਹੋ ਗਿਆ ਸੀ। ਸਤਿਗੁਰੂ ਜੀ ਨੇ ਇਹ ਮਰਿਆਦਾ ਬੰਨੀ ਸੀ ਸੋਹਲਾ ਸਾਹਿਬ ਜੀ ਦੇ ਪਾਠ ਦੀ ਕਿ ਰਾਤ ਨੂੰ ਸੌਣ ਲੱਗਿਆ ਇਹ ਬਾਣੀ ਪੜ੍ਹਨੀ। 3 ਸ਼ਬਦ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਨ, ਸੋਹਲਾ ਸਾਹਿਬ ਜੀ ਦੀ ਬਾਣੀ ਦੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਪੜ੍ਹੇ ਜਾਂਦੇ ਸਨ। ਪੰਚਮ ਪਾਤਸ਼ਾਹ ਜੀ ਤੱਕ ਇਹ ਪੜ੍ਹੇ ਜਾਂਦੇ ਰਹੇ। ਪੰਚਮ ਪਾਤਸ਼ਾਹ ਜੀ ਦੇ ਕੋਲ ਜਦੋਂ ਇਹ ਸਿੱਖ ਆਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ ਮਨ ਸਾਧੂ ਖੰਡਲ ਖੰਡਾ ਹੈ, ਅਤੇ ਇੱਕ ਸ਼ਬਦ ਆਪਣਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। 3 ਸ਼ਬਦ ਗੁਰੂ ਨਾਨਕ ਦੇਵ ਜੀ ਦੇ, ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਔਰ ਇੱਕ ਸ਼ਬਦ ਆਪਣਾ। ਇਹ 5 ਸ਼ਬਦ ਮਹਾਰਾਜ ਜੀ ਨੇ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਸੰਪੂਰਨ ਕੀਤੀ। ਤੇ ਸਤਿਗੁਰੂ ਨੇ ਕਿਹਾ, ਭਾਈ ਹਰ ਇੱਕ ਸਿੱਖ ਅੱਜ ਤੋਂ ਇਹ ਸੋਹਲਾ ਸਾਹਿਬ ਜੀ ਦੀ ਬਾਣੀ ਦੇ 5 ਸ਼ਬਦ ਪੜ੍ਹਿਆ ਕਰੇ ਰੋਜ਼, ਔਰ ਰਾਤ ਨੂੰ ਸੌਣ ਲੱਗਿਆ ਇਸ ਬਾਣੀ ਨੂੰ ਪੜ੍ਹਨ ਦੀ ਮਰਿਆਦਾ ਹੈ। ਤੁਹਾਡੀ ਹਰ ਇੱਕ ਪੱਖ ਤੋਂ ਰੱਖਿਆ ਹੋਵੇਗੀ।
ਦੁਨਿਆਵੀ ਤੌਰ ਤੇ ਵੀ ਤੁਹਾਡੇ ਘਰ ਵਿੱਚ ਕੋਈ ਚੋਰ ਡਾਕੂ ਨਹੀਂ ਵੜ ਸਕੇਗਾ। ਰੂਹਾਨੀ ਤੌਰ ਤੇ ਵੀ ਵਿਸ਼ੇ ਵਿਕਾਰ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਉਣਗੇ, ਤੁਹਾਡੀ ਰੱਖਿਆ ਹੋਵੇਗੀ। ਔਰ ਜੇਕਰ ਸਾਡਾ ਸਿੱਖ ਬਾਣੀ ਸੋਹਲਾ ਸਾਹਿਬ ਜੀ ਦੀ ਪੜ੍ਹਦਾ ਹੈ ਤੇ ਉਹਦਾ ਸਮਾਂ ਆ ਜਾਵੇ, ਅੰਤਮ ਸਮਾਂ, ਉਹ ਰਾਤ ਨੂੰ ਸੁੱਤਾ ਪਿਆ ਚੜ੍ਹਾਈ ਕਰ ਜਾਵੇ, ਉਹ ਜਮ ਲੋਕ ਨਹੀਂ ਜਾਵੇਗਾ। ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਦੀ ਇੰਨਾ ਵੱਡਾ ਮਹਾਤਮ, ਮਹਾਰਾਜ ਕਹਿੰਦੇ ਫਿਰ ਉਹ ਸਾਡੇ ਚਰਨਾਂ ਵਿੱਚ ਆ ਜਾਵੇਗਾ। ਜਿਹੜਾ ਇਹ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ, 5 ਸ਼ਬਦ ਨੇ ਔਰ ਤਕਰੀਬਨ 3-4 ਮਿੰਟ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ। ਪਰ ਆਪਾਂ ਆਪਣੇ ਜੀਵਨ ਵਿੱਚ ਵੇਖੀਏ ਕਿ ਆਪਾਂ ਕਿੰਨਾ ਕੁ ਬਾਣੀ ਨੂੰ ਪੜ੍ਹਦੇ ਹਾਂ। ਸਿੱਖ ਨੂੰ ਸਾਰਾ ਨਿਤਨੇਮ ਆਪਣਾ ਕਰਨਾ ਚਾਹੀਦਾ ਹੈ। ਇਹ ਸਿੱਖ ਸੌਦਾਗਰ ਸਤਿਗੁਰੂ ਕੋਲੋਂ ਇਹ ਬਾਣੀ ਜਿਹੜੀ, ਉਸ ਸਮੇਂ ਸਿੱਖ ਬਾਣੀ ਕੰਠ ਬੜੀ ਕਰਦੇ ਸਨ। ਉਹਨੇ ਬਾਣੀ ਕੰਠ ਕਰ ਲਈ ਤੇ ਜਦੋਂ ਵੀ ਜਾਇਆ ਕਰੇ ਉਹ ਰਾਤ ਨੂੰ ਬਾਣੀ ਰੋਜ਼ ਪੜ੍ਹ ਕੇ ਸੌਂਦਾ, ਉਹਦੀ ਰੱਖਿਆ ਹੋਣ ਲੱਗ ਪਈ। ਕੁਝ ਸਮੇਂ ਤੋਂ ਡਾਕੂ ਉਹਦੇ ਚੋਰ ਪਿੱਛੇ ਲੱਗੇ ਰਹੇ ਵੀ ਇਹ ਬੰਦਾ ਲੁੱਟਣਾ ਹੈ, ਪਰ ਉਹ ਰਾਤ ਨੂੰ ਪਹਿਰਾ ਹੋ ਜਾਇਆ ਕਰੇ ਬਾਣੀ ਦਾ। ਜਿੱਥੇ ਵੀ ਉਹ ਜਾਇਆ ਕਰੇ ਉੱਥੇ ਰਾਤ ਨੂੰ ਸੌਣ ਲੱਗਿਆ ਪਹਿਲਾਂ ਬਾਣੀ ਪੜ੍ਹਿਆ ਕਰੇ। ਜਦੋਂ ਉਹ ਚੋਰ ਜਿਹੜੇ ਪਿੱਛੇ, ਜਿਵੇਂ ਅੱਜ ਕੱਲ੍ਹ ਰੈਕੀ ਕਰਕੇ ਲੁੱਟਦੇ ਨੇ ਜਾਂ ਮਾਰਦੇ ਨੇ ਬੰਦੇ ਨੂੰ, ਉਹ ਉਸ ਤਰ੍ਹਾਂ ਪਹਿਲਾਂ ਇਨਕੁਆਇਰੀ ਕਰਦੇ, ਪਿੱਛੇ ਜਾ ਕੇ ਸਾਰੀ CID ਲੈ ਕੇ ਫਿਰ ਕਰਦੇ। ਰਾਤ ਨੂੰ ਉਹਨਾਂ ਨੇ ਵੇਖਣਾ ਕਿ ਕੋਈ ਕਿਲ੍ਹਾ ਬਣ ਜਾਂਦਾ, ਲੋਹੇ ਦਾ ਕੋਟ ਬਣ ਜਾਂਦਾ ਹੈ। ਇੱਕ ਵਾਰੀ ਇਹ ਸਿੱਖ ਅਣਗਹਿਲੀ ਹੋ ਗਈ, ਇਸ਼ਨਾਨ ਆਦਿਕ ਨਾ ਕੀਤਾ ਤੇ ਕੋਈ ਥੱਕਿਆ ਹੋਇਆ ਵੀ ਸੀ, ਸੁੱਤੇ ਹੋਏ ਨੇ ਵੀ, ਉਸ ਦਿਨ ਜਿਹੜਾ ਆਪਣਾ ਨੇਮ ਨਿਭਾਇਆ ਤਾਂ ਉਹ ਸੁੱਤੇ ਹੋਏ ਨੇ। ਬਾਣੀ ਕਿਉਂ, ਜਦੋਂ ਸੁੱਤਾ ਬਾਣੀ ਪੜ੍ਹਦਾ, ਕਦੀ ਸ਼ਬਦ ਅੱਧਾ ਪੜ੍ਹ ਲਿਆ ਵਿੱਚ ਭੁੱਲ ਗਿਆ, ਇੱਦਾਂ ਸੌਂ ਗਿਆ। ਉਹ ਚੋਰ ਆਏ ਤਾਂ ਅਸੀਂ ਲੁੱਟਣ, ਪਰ ਉਹ ਜਦੋਂ ਵੇਖਿਆ ਕੋਟ ਬਣਿਆ ਹੋਇਆ ਉਹਦੇ ਵਿੱਚ, ਪਰ ਮੋਗੇ ਹੋਏ ਨੇ ਵੱਡੇ ਵੱਡੇ, ਵਿੱਚ ਵੜ ਗਏ ਅੰਦਰ ਲੁੱਟਣ ਵਾਸਤੇ। ਇਹਨੂੰ ਖੜਾਕ ਹੋਇਆ ਕਿਉਂਕਿ ਸਮਾਂ ਹੋ ਚੁੱਕਾ ਸੀ ਕੁਝ। ਆਖਰ ਇਹਦੀ ਅੱਖ ਖੁੱਲ ਗਈ, ਕੀ ਦੇਖਦਾ ਵੀ ਇੱਥੇ ਕੋਈ ਖੜਾਕ ਹੋ ਰਿਹਾ, ਕੋਈ ਚੋਰ ਡਾਕੂ ਮੇਰੇ ਡੇਰੇ ਵਿੱਚ ਆ ਵੜੇ ਨੇ। ਉਸੇ ਵੇਲੇ ਫਿਰ 5 ਇਸ਼ਨਾਨਾਂ ਕਰਕੇ ਜਲਦੀ ਨਾਲ ਚੌਂਕੜਾ ਮਾਰ ਕੇ ਸੁਚੇਤ ਹੋ ਕੇ ਜਦੋਂ 5 ਸ਼ਬਦ ਪੜ੍ਹੇ ਨਾ, ਉਹ ਫਿਰ ਉਹਨਾਂ ਚੋਰਾਂ ਨੂੰ ਇਦਾਂ ਲੱਗੇ ਵੀ ਕੋਈ ਕਿਲ੍ਹਾ ਬਣ, ਲੋਹੇ ਦਾ ਕੋਟ ਬਣ ਗਿਆ ਹੈ। ਉਹ ਬੈਠ ਗਏ ਉੱਤੇ ਵੀ ਹੁਣ ਤਾਂ ਆਪਾਂ ਫਸ ਗਏ ਹਾਂ। ਜਦੋਂ ਉਹਨਾਂ ਨੂੰ ਫੜ ਲਿਆ ਤਾਂ ਉਹ ਚੋਰਾਂ ਨੂੰ ਪੁੱਛਣਾ ਕੀਤਾ ਕਿ ਤੁਸੀਂ ਇਹ ਸਾਡਾ ਕਾਫੀ ਸਮੇਂ ਤੋਂ ਸਮਾਨ ਲੁੱਟ ਰਹੇ ਸੀ। ਤਾਂ ਉਹ ਚੋਰ ਕਹਿੰਦੇ ਹਾਂ, ਪਹਿਲਾਂ ਕਈ ਵਾਰ ਲੁੱਟਿਆ ਹੈ, ਪਰ ਹੁਣ ਕਾਫੀ ਸਮੇਂ ਤੋਂ ਅਸੀਂ ਤੁਹਾਨੂੰ ਲੁੱਟ ਨਹੀਂ ਸਕੇ। ਅੱਜ ਮੌਕਾ ਮਿਲਿਆ, ਪਰ ਅੱਜ ਸਾਡੇ ਉੱਪਰ ਕੋਈ ਇੱਦਾਂ ਲੋਹੇ ਦਾ ਕੋਟ ਬਣ ਗਿਆ, ਅਸੀਂ ਇਹ ਤੋਂ ਭੱਜ ਨਹੀਂ ਸਕੇ। ਤਾਂ ਉਹ ਕਹਿੰਦੇ, ਚੋਰ ਪੁੱਛਦੇ ਨੇ ਵੀ ਇਹ ਕੀ ਕਾਰਨ, ਤੁਹਾਡੇ ਕੋਲ ਐਸਾ ਕਿਹੜਾ ਮੰਤਰ ਹੈ, ਕਿਉਂਕਿ ਕਿਲ੍ਹਾ ਲੋਹੇ ਦਾ ਕੋਈ ਕੋਟ ਤਾਂ ਦਿਖਾਈ ਦੇ ਨਹੀਂ ਰਿਹਾ, ਪਰ ਉਸ ਸਮੇਂ ਸਾਨੂੰ ਦਿਖਾਈ ਦਿੰਦਾ ਹੈ। ਤਾਂ ਉਸ ਸਮੇਂ ਫਿਰ ਉਹ ਸੌਦਾਗਰ ਕਹਿਣ ਲੱਗਾ ਕਿ ਇਹ ਪਾਤਸ਼ਾਹ ਜੀ ਦੀ ਬਾਣੀ ਹੈ। ਉਹਨਾਂ ਚੋਰਾਂ ਨੇ ਮਾਫੀ ਮੰਗੀ ਕਿ ਸਾਨੂੰ ਵੀ ਗੁਰੂ ਮਹਾਰਾਜ ਜੀ ਦੇ ਕੋਲ ਲੈ ਕੇ ਚਲੋ, ਅਸੀਂ ਵੀ ਇਹ ਮਾੜਾ ਕਰਮ ਛੱਡ ਕੇ ਸਿੱਖ ਬਣਾਂਗੇ ਔਰ ਐਸੀ ਬਾਣੀ ਦੇ ਨਾਲ ਜੁੜਾਂਗੇ ਜਿਹੜੀ ਬਾਣੀ ਵਿੱਚ ਐਸੀਆਂ ਰਹਿਮਤਾਂ, ਐਸੀਆਂ ਬਖਸ਼ਿਸ਼ਾਂ ਨੇ। ਤਾਂ ਉਹ ਜਿਹੜੇ ਚੋਰ ਸੀ ਉਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਫਿਰ ਸਿੱਖ ਬਣੇ। ਬਾਣੀ ਸਾਡੀ ਸਭ ਤਰ੍ਹਾਂ ਕਰਕੇ ਰੱਖਿਆ ਕਰਦੀ ਹੈ, ਪਰ ਸ਼ਰਧਾ ਭਾਵਨਾ ਨਾਲ ਜਦੋਂ ਆਪਾਂ ਬਾਣੀ ਨੂੰ ਪੜ੍ਹਾਂਗੇ ਸੁਚੇਤ ਹੋ ਕੇ, ਤਾਂ ਮਹਾਰਾਜ ਕਹਿੰਦੇ ਜਦੋਂ ਕੋਈ ਬਾਣੀ ਨਾਲ ਜੁੜਦਾ ਹੈ ਫਿਰ ਵਾਹਿਗੁਰੂ ਉਹਦਾ ਪੱਖ ਕਰਦਾ ਹੈ, ਵਾਹਿਗੁਰੂ ਉਹਦੀ ਸਹਾਇਤਾ ਵਿੱਚ ਖੜ ਜਾਂਦਾ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ, ਮਾਤ ਗਰਮ ਹੈ ਅਗਨ ਨਾ ਜੋ ਹੈ। ਜਿਵੇਂ ਮਾਤ ਗਰਭ ਦੇ ਵਿੱਚ ਜਠ ਰਗਣ, ਵੇਖੋ ਆਪਾਂ ਜੋ ਕੁਝ ਖਾਂਦੇ ਹਾਂ ਆਪਣੇ ਪੇਟ ਵਿੱਚ ਉਹ ਜਠ ਰਗਣ ਸਭ ਕੁਝ ਗਾਲ ਦਿੰਦੀ ਹੈ, ਪਰ ਬੱਚੇ ਦੀ ਰੱਖਿਆ ਹੁੰਦੀ ਹੈ ਕਿਉਂਕਿ ਉੱਥੇ ਉਹ ਵਾਹਿਗੁਰੂ ਦਾ ਨਾਮ ਜਪ ਰਿਹਾ ਹੁੰਦਾ ਹੈ। ਕਾਮ ਕ੍ਰੋਧ ਲੋਭ ਮੋਹ ਨਾ ਪੋਹ ਹੈ। ਇਸੇ ਤਰ੍ਹਾਂ ਭਾਈ ਜਿਹੜਾ ਨਾਮ ਜਪੇਗਾ ਉਹਨੂੰ ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ, ਮੋਹ ਦੀ ਅੱਗ ਇਹ ਵੀ ਦੁਨਿਆਵੀ ਤੌਰ ਤੇ ਸਾੜ ਨਹੀਂ ਸਕੇਗੀ। ਅੱਜ ਮਨੁੱਖ ਦੁਨੀਆ ਆਪਾਂ ਵੇਖੀਏ ਪਰਿਵਾਰਾਂ ਵਿੱਚ ਪਿਆਰ ਮੁਹੱਬਤ ਕਿਉਂ ਨਹੀਂ ਰਿਹਾ, ਕਿਉਂਕਿ ਕਿਤੇ ਕੋਈ ਕਾਮ ਦੀ ਅੱਗ ਨਾਲ, ਕਿਤੇ ਕ੍ਰੋਧ ਦੀ ਅੱਗ ਨਾਲ, ਲੋਭ ਮੋਹ ਦੀ ਅੱਗ ਨਾਲ ਸੜ ਗਿਆ ਹੈ। ਸੜਿਆ ਹੋਇਆ ਜੀਵਨ ਹੈ, ਉਹਦੇ ਵਿੱਚ ਕੋਈ ਹਰਿਆਵਲੀ ਨਹੀਂ ਦਿਖਾਈ ਦੇ ਰਹੀ। ਸੜੇ ਹੋਏ ਜੀਵਨ ਵਿੱਚ ਕੋਈ ਖੁਸ਼ੀ ਦਿਖਾਈ ਨਹੀਂ ਦੇ ਰਹੀ।
ਮਨੁੱਖ ਸੜਿਆ ਪਿਆ ਅੱਜ ਕੱਲ੍ਹ, ਆਪਾਂ ਕਹਿੰਦੇ ਨਾ ਅੰਦਰੋਂ ਸੜ ਬਲ ਗਿਆ ਹੈ। ਤੇ ਉਹ ਨਾ ਕਿਸੇ ਨਾਲ ਵੀ ਪਿਆਰ ਨਹੀਂ ਰਿਹਾ, ਨਾ ਪਰਿਵਾਰ ਨਾਲ, ਨਾ ਆਂਢ ਗੁਆਂਢ ਨਾਲ, ਨਾ ਸੰਗਤਾਂ ਨਾਲ, ਕਿਸੇ ਪਾਸੇ ਵੀ, ਕਿਉਂਕਿ ਮਨੁੱਖ ਵਿਸ਼ੇ ਵਿਕਾਰਾਂ ਦੀ ਅੱਗ ਨਾਲ ਸੜਿਆ ਪਿਆ ਹੈ। ਜੇ ਨਾਮ ਜਪੋਗੇ, ਇਹ ਸਭ ਤਰ੍ਹਾਂ ਦੀ ਜਿਹੜੀ ਅੱਗ ਹੈ, ਹੰਸ ਹੇਤ ਲੋਭ ਕੋ ਵਿਚਾਰੇ ਨਦੀਆਂ ਅੱਗ, ਇਹ ਮਹਾਰਾਜ ਕਹਿੰਦੇ ਇਸ ਅੱਗ ਤੋਂ ਫਿਰ ਪਵੈ ਦੱਜੈ ਨਾਨਕਾ ਤਰੀਏ ਚਰਨੀ ਲੱਗ। ਜਿਹੜੇ ਚਰਨਾਂ ਨਾਲ ਜੋ ਜਾਣਦੇ ਨੇ ਉਹ ਬਚ ਜਾਂਦੇ ਨੇ, ਨਹੀਂ ਤੇ ਦੁਨੀਆ ਸੜ ਰਹੀ ਹੈ। ਇਸੇ ਬਾਬਤ ਹੀ ਮਹਾਰਾਜ ਨੇ ਆਖਿਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿਤੈ ਲਿਓ ਉਭਾਰ। ਪਾਤਸ਼ਾਹ ਕਹਿੰਦੇ ਸਾਧ ਸੰਗ ਜਪੈ ਨਿਰੰਕਾਰ, ਨਿੰਦਕੈ ਮੂਲ ਮੁਖ ਲਾਗੈ ਛਾਰ। ਜਿਹੜਾ ਗੁਰੂ ਦੀ ਸੰਗਤ ਵਿੱਚ ਭਾਵ ਗੁਰੂ ਦੀ ਮੱਤ ਲੈ ਕੇ ਨਾਮ ਜਪਦਾ ਨਿਰੰਕਾਰ ਦਾ, ਉਹਦੀ ਜੇ ਕੋਈ ਨਿੰਦਿਆ ਕਰੇ ਨਾ, ਉਹਦੇ ਮੂੰਹ ਵਿੱਚ ਸਵਾਹ ਹੀ ਪੈਂਦੀ ਹੈ, ਖੇ ਹੀ ਪੈਂਦੀ ਹੈ, ਉਹਨੂੰ ਮਿਲਦਾ ਕੁਝ ਵੀ ਨਹੀਂ ਹੈ। ਨਿੰਦਕ ਪੁਰਸ਼ ਗੁਰਮੁਖਾਂ ਦੀ ਨਿੰਦਿਆ ਕਰੀ ਜਾਂਦੇ ਨੇ, ਬਾਣੀ ਪੜ੍ਹਨ ਵਾਲਿਆਂ ਦੀ, ਭਲੇ ਪੁਰਸ਼ਾਂ ਦੀ ਮਿਲਦਾ ਕੀ ਹੈ? ਉਹਨਾਂ ਨੂੰ ਮੂੰਹ ਵਿੱਚ ਸਵਾਹ ਹੀ ਪੈਂਦੀ, ਭਾਵ ਬੇਇੱਜ਼ਤੀ ਹੁੰਦੀ ਹੈ, ਲਾਹਣਤਾਂ ਹੀ ਪੈਂਦੀਆਂ ਨੇ। ਮਹਾਰਾਜ ਕਹਿੰਦੇ ਰਾਮ ਕਵਚ ਦਾਸ ਕਾ ਸਨਾਹ, ਦੂਤ ਦੁਸ਼ਟ ਤਿਸ ਪੋਹਤ ਨਾਏ। ਰਾਮ ਕਵਚ, ਵਾਹਿਗੁਰੂ ਦਾ ਨਾਮ ਹੀ ਗੁਰਮੁਖਾਂ ਦਾ ਕਵਚ ਹੈ। ਕਵਚ ਕਹਿੰਦੇ ਨੇ ਰੱਖਿਆ ਕਰਨ ਵਾਲਾ, ਸਨਾਹ ਕਹਿੰਦੇ ਸੰਜੋਗ। ਗੁਰਮੁਖਾਂ ਨੇ ਜਿਵੇਂ ਆਪਣੇ ਸਿਰ ਦੇ ਉੱਪਰ ਵੀ ਰੱਖਿਆ ਦਾ ਪਾਇਆ ਹੁੰਦਾ, ਜਿਹੜੇ ਜੰਗ ਵਿੱਚ ਲੜਦੇ ਨੇ ਫੌਜ ਵਿੱਚ, ਤਾਂ ਉਹ ਜਿਵੇਂ ਆਪਣੇ ਸਰੀਰ ਦੀ ਰੱਖਿਆ ਵਾਸਤੇ ਸੰਜੋਗ ਪਹਿਨੀ ਹੁੰਦੀ ਹੈ, ਕਵਚ ਪਹਿਨਿਆ ਹੁੰਦਾ ਹੈ। ਵਿਸ਼ੇ ਵਿਕਾਰਾਂ ਤੋਂ, ਨਿੰਦਕਾਂ ਤੋਂ ਰੱਖਿਆ ਵਾਸਤੇ ਗੁਰਮੁਖਾਂ ਕੋਲ ਰੱਬ ਦਾ ਨਾਮ ਹੀ ਕਵਚ ਹੈ, ਰੱਬ ਦਾ ਨਾਮ ਹੀ ਸਨੋਹ ਹੈ, ਸੰਜੋਗ ਹੈ। ਜਿਹੜੀ ਦੂਤ ਦੁਸ਼ਟ ਤਿਸ ਪੋਹਤ ਨਾਹੀ, ਦੂਤ ਜਮਦੂਤ ਦੁਸ਼ਟ ਲੋਕ ਵਾ ਵਕਾਰ, ਜਿਹੜੇ ਨੇ ਵਕਾਰ ਰੂਪੀ ਦੂਤ, ਉਹ ਗੁਰਮੁਖਾਂ ਦੇ ਨੇੜੇ ਨਹੀਂ ਆ ਸਕਦੇ, ਕਿਉਂਕਿ ਗੁਰੂ ਦਾ ਸ਼ਬਦ ਉਹਨਾਂ ਦੀ ਰਾਖੀ ਕਰਦਾ ਹੈ, ਵਾਹਿਗੁਰੂ ਦਾ ਨਾਮ ਉਹਨਾਂ ਦੀ ਰਾਖੀ ਕਰਦਾ ਹੈ। ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਣ ਆਏ। ਜਿਹੜਾ ਜਿਹੜਾ ਵੀ ਹੰਕਾਰ ਕਰਦਾ ਹੈ, ਉਹ ਆਪਣਾ ਸਾਰਾ ਕੁਝ ਬਰਬਾਦ ਕਰ ਲੈਂਦਾ ਹੈ। ਪਰ ਜਿਹੜੇ ਰੱਬ ਦੇ ਭਗਤ ਨੇ, ਉਹ ਗਰੀਬ ਬਣ ਕੇ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਉਹ ਵਾਹਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਇਸ ਕਰਕੇ ਉਹਨਾਂ ਦੀ ਰੱਖਿਆ ਹੁੰਦੀ ਹੈ। ਤੇ ਜਿਹੜਾ ਆਪਣੇ ਆਪ ਨੂੰ ਵੱਡਾ ਜਣਾਉਂਦਾ ਹੈ, ਉਹਨੂੰ ਇਹ ਵਕਾਰ ਫਿਰ ਬਰਬਾਦ ਕਰ ਦਿੰਦੇ ਨੇ। ਕਿਤੇ ਹਉਮੈ, ਕਿਤੇ ਲੋਭ, ਕਿਤੇ ਮੋਹ। ਪਾਤਸ਼ਾਹ ਕਹਿੰਦੇ ਜੋ ਜੋ ਸ਼ਰਨ ਪਿਆਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ। ਜਿਹੜਾ ਜਿਹੜਾ ਵੀ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਹੈ, ਵਾਹਿਗੁਰੂ ਨੇ ਆਪਣੇ ਕੰਠ ਲਾ ਕੇ ਉਸ ਸੇਵਕ ਨੂੰ ਉਹਦੀ ਰੱਖਿਆ ਕੀਤੀ ਹੈ। ਜੇ ਕੋ ਬਹੁਤ ਕਰੇ ਹੰਕਾਰ, ਉਹ ਖਿਨ ਮੈਂ ਰੁਲਤਾ ਕਾਕੂ ਨਾਲ। ਜੇ ਕੋਈ ਕਿਸੇ ਵੀ ਗੱਲ ਦਾ ਹੰਕਾਰ ਕਰਦਾ ਕਿ ਮੈਂ ਬੜਾ ਗਿਆਨੀ ਹਾਂ, ਮੈਂ ਬੜਾ ਧਿਆਨੀ ਹਾਂ, ਮੇਰੇ ਕੋਲ ਬੜਾ ਪੈਸਾ ਹੈ, ਕਿਸੇ ਵੀ ਪੱਖ ਤੋਂ ਹੰਕਾਰ ਕਰਦਾ ਹੈ, ਮਹਾਰਾਜ ਕਹਿੰਦੇ ਇੱਕ ਛਿਨ ਮਾਤਰ ਵਿੱਚ ਉਹਦੀ ਹਸਤੀ ਨੇਸ ਤੋਂ ਨਾਬੂਦ ਹੋ ਜਾਂਦੀ ਹੈ, ਉਹ ਖਾਕ ਵਿੱਚ ਰਲ ਜਾਂਦਾ ਹੈ। ਜੋ ਦਾਸ ਵਾਹਿਗੁਰੂ ਹੈ ਪੀ ਸਾਚਾ ਹੋਵਣਹਾਰ, ਸਦਾ ਸਦਾ ਜਾਈ ਬਲਿਆਰ। ਵਾਹਿਗੁਰੂ ਹੁਣ ਵੀ ਹੈ, ਅੱਗੇ ਵੀ ਹੋਵੇਗਾ, ਪਹਿਲਾਂ ਵੀ ਸੀ, ਉਹ ਸਦਾ ਹੀ ਹੈ। ਇਸ ਕਰਕੇ ਸਦਾ ਸਦਾ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕੇ ਪ੍ਰਭ ਪ੍ਰਾਣ ਆਧਾਰ। ਵਾਹਿਗੁਰੂ ਆਪਣੇ ਦਾਸਾਂ ਨੂੰ ਕਿਰਪਾ ਕਰਕੇ ਰੱਖਦਾ ਹੈ, ਬਖਸ਼ਿਸ਼ ਕਰਕੇ ਉਹਨਾਂ ਨੂੰ ਨਵਾਜ ਲੈਂਦਾ ਹੈ। ਗੁਰਮੁਖਾਂ ਦੇ ਜੀਵਨ ਦਾ ਆਧਾਰ ਪ੍ਰਮਾਤਮਾ ਦਾ ਨਾਮ ਹੈ, ਉਹ ਨਾਮ ਤੋਂ ਬਿਨਾਂ ਜੀਵਦੇ ਹੀ ਨਹੀਂ। ਇਸ ਕਰਕੇ ਵਾਹਿਗੁਰੂ ਆਪ ਉਹਨਾਂ ਦੀ ਰੱਖਿਆ ਕਰਦਾ ਹੈ। ਗਾਉਣ ਮਹਲਾ ਪੰਜਵਾਂ। ਅਗਲੇਰਾ ਸ਼ਬਦ ਮਹਾਰਾਜ ਫਰਮਾਨ ਕਰਦੇ ਨੇ, ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਾਓ। ਹੁਣ ਪਾਤਸ਼ਾਹ ਕਹਿੰਦੇ ਤੁਹਾਨੂੰ ਇੱਕ ਅਚਰਜ ਕਥਾ ਸੁਣਾਉਂਦੇ ਹਾਂ, ਜੋ ਮਹਾ ਅਨੂਪ ਹੈ, ਅਨੁਪਮਾ ਤੋਂ ਰਹਿਤ ਹੈ, ਜੋ ਜਿਹਦੀ ਉਪਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਉਹ ਹੈ ਜੀਵ ਆਤਮਾ ਅਤੇ ਪਰਮਾਤਮਾ ਦੀ। ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ। ਪ੍ਰਾਤਮਾ ਦਾ ਇੱਥੇ ਅਰਥ ਹੈ ਜੀਵ। ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਵਾਹਿਗੁਰੂ ਪਰਮਾਤਮਾ ਦੀ ਅੰਸ਼ ਹੈ। ਸਾਰਿਆਂ ਵਿੱਚ ਜਿਹੜੀ ਆਤਮਾ ਹੈ ਨਾ, ਜੀਵ ਆਤਮਾ, ਉਹ ਵਾਹਿਗੁਰੂ ਦੀ ਅੰਸ਼ ਹੈ। ਰਾਓ
महाराज कहते वो जो ब्रह्म सारियां विच वरत रहा है, जीव रूप हो करके, ना ये बूढ़ा ना ये बाला, ना इस दुख नहीं जब जाला, ना कदे बुढ़ा हुंदा है। आत्मा जिहड़ी साडी है ना, आत्मा ना तां कदी बुढ़ी हुंदी है, शरीर बुढ़ा हुंदा है। आत्मा ना कदी बालक रूप विच हुंदी है। पातशाह कहंदे ना इस दुख नहीं जम जाला, ना इनू कोई दुख लगता है, ना जम जाल पैंदा है। जो परमात्मा दा जो ब्रह्म स्वरूप साडे अंदर विद्यमान है सारियां दे अंदर, उहदे उपर इस तरह की कोई भी चीज़ लागू नहीं हुंदी। ना ये बिनसै ना ये जाए, आद जुगादी रिया समाए, ना इहदा नाश हुंदा है ना किते जांदा है। भाव इहदा जन्म ही नहीं हुंदा, जन्म शरीर दा हुंदा है, आत्मा दा जन्म नहीं हुंदा। पातशाह कहते आद जुगादी रिया समाए, आद तो लैके सारे जुगां विच आत्मा उही है, शरीर बदलता रहा है। जिवें भाई नंद लाल जी ने भी गुरु गोबिंद सिंह महाराज जी के चरणों में आख्या, कहते महाराज मैं अज दा तुहाडे चरणों का आशिक नहीं है, जदों की दुनिया बनी है उदों तो ही। क्योंकि वो कहते गुरु गोबिंद सिंह महाराज जी तुसीं परमात्मा के साखियात रूप हो, तो मैं तुहाडा मरीद आशिक प्रेमी अज दा नहीं, जदों दा इस सृष्टि बनी है उस समय तो ही चले आ रहे हाँ। पातशाह कहते ना इस ऊसण नहीं इस शीत, ना इनू गर्मी लगती है ना इनू ठंड लगती है, ना इस दुश्मन ना इस मीत। ये जिहड़ी जीवात्मा ब्रह्म स्वरूप साडे अंदर जो परमात्मा दी अंश है, ना इहदा कोई दुश्मन है ना कोई इहदा मित्र है, ना इस हरक ना इस सोग, ना इनू कोई खुशी हुंदी है ना कोई इनू सोग लगता है। सब किछ इसका ये करना जोग, सारा कुछ ही दा है ते सारा कुछ करन दे समर्थ है। आत्मा अविद्या होने करके असी खुआर हो रहे हाँ। जदों असी शब्द की कमाई करके अपने स्वरूप नूं देख लिया, पता लग गया कि मैं तो परमात्मा का ही रूप हाँ, मैं तो परमात्मा की अंश हाँ। जिवें परमात्मा सर्व कला समर्थ है, उस अवस्था में जाके आत्मा भी वो सर्व कला समर्थ बन जाती है। जिहड़े महापुरुष हुंदे ने ब्रह्म ज्ञानी तत्वेते, उन्हां विच रब विच कोई फर्क ही नहीं रहिंदा। क्योंकि पातशाह ने बाणी विच भी लिखिया है, नानक ब्रह्म ज्ञानी आप परमेश्वर। क्योंकि उत्थे हुण वो जीव आत्मा नहीं रही, हुण वो परमात्मा विच लीन हो गई। शरीर उहदे कोल मनुख वाला है, पर वो आत्मा हुण आम नहीं रही, वो परमात्मा विच लीन होके परमात्मा का रूप हो गई है। जिवें आपां कल भी सांझ पाई सी, एक आम बंदा है, एक बंदा वही है, हो सकता उसका भरा ही होवे, पर वो पढ़ लिख के बड़ा अफसर बन गया है। हुण दोवां विच फर्क बड़ा है। शरीर करके तो दोवें इक्को ही लग रहे ने, दोवां की शक्ल भी हो सकता है भरावां दी इक्को जी होवे, रूप रंग भी इक्को जिहा होवे, पर शक्ति करके दोवां विच फर्क है। वो एक आम बंदा है ते जिहड़ा दूजा भरा अफसर बन गया, उहदे कोल पावर है, उहदी कलम विच पावर, उहदे हत्थां विच पावर है, जो लिख देगा वो मन्निया जाएगा, वो पावरफुल हो गया है। इस तरह आपां सारे है तो परमात्मा दे बच्चे, पर जिहड़ा बंदगी करता है ਉਹਦੇ ਵਿੱਚ फिर वो पावर आ जाती, वो शक्ति आ जाती है। उसे नूं किहा हर का सेवक सो हर जिहा, भेद ना जानो मानस देहा। बाबा कबीर साहब जी नूं जदों ਉਹ अवस्था मिली, उन्होंने दावा करके कह दिता, अब तो जाए चढ़े संघासन, मिले है सारंग पानी, राम कबीरा एक भय है कोई ना सकै पछानी। सतगुरु गुरु अर्जन देव जी महाराज कहते, ना इस भाव नहीं समाया ये अपरंपर होता है। जिहड़ी जीव आत्मा है, साडे इस शरीर दा प्यो भी है ते शरीर दी मां भी है। आत्मा दा ना कोई प्यो है, आत्मा दी ना कोई मां है, क्योंकि आत्मा परमात्मा दी अंश है। ये अपरंपर होता आया। पातशाह कहते परे तो परे जो रचना वाहिगुरू की चल रही है, ये समय कई युगों तो चलती आ रही खेल ऐसा है। ये आत्मा जिहड़ी जीव आत्मा है, परे तो परे परमात्मा का ही स्वरूप है।
ਤੇ ਇਹ ਖੇਡ ਚਲਦੀ ਆ ਰਹੀ। ਵਾਹਿਗੁਰੂ ਦੀ ਪਾਪ ਪੁੰਨ ਕਾ ਇਸ ਲੇਵ ਨ ਲਾਗੈ, ਘਟ ਘਟ ਅੰਤਰ ਸਾਧੀ ਜਾਗੈ। ਆਤਮਾ ਨੂੰ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ ਹੈ। ਇਸ ਚੀਜ਼ ਤੋਂ ਵੀ ਆਤਮਾ ਨਿਰਲੇਪ ਹੈ। ਪਰ ਕਦੋਂ? ਜਦੋਂ ਪਰਮਾਤਮਾ ਵਿੱਚ ਵਿਲੀਨ ਹੋ ਜਾਂਦੀ ਹੈ। ਉਹ ਅਵਸਥਾ ਦਾ ਮਹਾਰਾਜ ਜ਼ਿਕਰ ਕਰ ਰਹੇ ਨੇ, ਘਟ ਘਟ ਅੰਤਰ ਸਾਧੀ ਜਾਗੈ। ਵਾਹਿਗੁਰੂ ਪਰਮਾਤਮਾ ਦਾ ਉਹ ਬ੍ਰਹਮ ਸਰੂਪ ਸਾਰਿਆਂ ਦੇ ਅੰਦਰ ਸੁਚੇਤ ਹੈ। ਘਟ ਘਟ ਅੰਤਰ ਸਦ ਹੀ ਜਾਗੈ। ਆਪਾਂ ਸੋ ਜਾਂਦੇ ਹਾਂ, ਪਰ ਸਾਡੇ ਅੰਦਰ ਬ੍ਰਹਮ ਸਰੂਪ ਪਰਮਾਤਮਾ ਦੀ ਜਿਹੜੀ ਅੰਸ਼ ਹੈ ਉਹ ਉਸੇ ਤਰ੍ਹਾਂ ਵਿਦਮਾਨ ਹੈ। ਹਰ ਸਮੇਂ ਉਹ ਪ੍ਰਕਾਸ਼ਮਾਨ ਹੈ। ਤੀਨ ਗੁਣਾ ਇੱਕ ਸਗਤ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ। ਤੀਨ ਗੁਣਾ ਇੱਕ ਸਗਤ ਉਪਾਇਆ। ਤਿੰਨ ਗੁਣੀ ਮਾਇਆ ਜਿਹੜੀ ਹੈ ਉਹ ਵਾਹਿਗੁਰੂ ਪਰਮਾਤਮਾ ਨੇ ਇੱਕ ਸ਼ਕਤੀ ਪੈਦਾ ਕੀਤੀ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ। ਇਹ ਜਿਹੜੀ ਮਹਾ ਵੱਡੀ ਮਾਇਆ ਜੋ ਸਾਰੇ ਪਾਸੇ ਤਿੰਨ ਗੁਣਾ ਰੂਪ ਹੋ ਕੇ ਵਿਆਪਰੀ ਦੇਵੀ ਦੇਵਤਿਆਂ ਸਭ ਦੇ ਵਿੱਚ, ਇਹ ਵਾਹਿਗੁਰੂ ਦੀ ਛਾਇਆ ਹੈ। ਅਛਲ ਅਛੇ ਦਾ ਭੇਦ ਦਿਆਲ। ਵਾਹਿਗੁਰੂ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ। ਇਹ ਜਿਹੜੀ ਮਾਇਆ ਸਾਰਿਆਂ ਨੂੰ ਛਲ ਲੈਂਦੀ ਹੈ, ਦੇਵੀ ਦੇਵਤਿਆਂ ਨੂੰ, ਦਾਨਵਾਂ ਨੂੰ, ਬੰਦਿਆਂ ਨੂੰ, ਪੜ੍ਹਿਆਂ ਲਿਖਿਆਂ ਨੂੰ, ਅਨਪੜ੍ਹਾਂ ਨੂੰ, ਕਿਸੇ ਨੂੰ ਵੀ ਨਹੀਂ ਛੱਡਦੀ। ਇਹ ਵਾਹਿਗੁਰੂ ਨੂੰ ਨਹੀਂ ਛੱਡ ਸਕਦੀ। ਅਛੇਦ ਮਾਇਆ ਜਿਹੜੀ ਹੈ ਦੂਜਿਆਂ ਵਿੱਚ ਛੇਦ ਪੈਦਾ ਕਰ ਦਿੰਦੀ ਹੈ, ਕਮਜ਼ੋਰੀ ਪੈਦਾ ਕਰ ਦਿੰਦੀ। ਕੋਈ ਨਾ ਕੋਈ ਮਾਇਆ ਦਾ ਸੁਭਾਅ ਐਸਾ ਹੈ, ਪਰ ਉਹ ਵਾਹਿਗੁਰੂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਪੈਦਾ ਕਰ ਸਕਦੀ। ਅਭੇਦ ਮਾਇਆ ਜਿਹੜੀ ਹੈ ਸਾਡਾ ਭੇਦ ਲੈ ਕੇ ਸਾਨੂੰ ਖੁਆਰੀ ਦੇ ਰਾਹ ਤੇ ਤੋਰ ਦਿੰਦੀ ਹੈ, ਪਰ ਵਾਹਿਗੁਰੂ ਦਾ ਇਹ ਮਾਇਆ ਭੇਦ ਨਹੀਂ ਲੈ ਸਕਦੀ। ਅਦਿਆਲ ਵਾਹਿਗੁਰੂ ਦਿਆਲੂ ਹੈ, ਸਦਾ ਹੀ ਦਇਆ ਦਾ ਘਰ ਹੈ। ਦੀਨ ਦਿਆਲ ਸਦਾ ਕਿਰਪਾਲ। ਦੀਨਾਂ ਤੇ ਦਇਆ ਕਰਨ ਵਾਲਾ ਹੈ, ਸਦਾ ਕਿਰਪਾਲੂ ਹੈ। ਤਾਂ ਵੀ ਗਤ ਮਿਤ ਕਛੂ ਨਾ ਪਾਏ, ਨਾਨਕ ਤਾਂ ਗੈ ਬਲ ਬਲ ਜਾਏ। ਤਾਂ ਕਿ ਗਤ ਮਿਤ ਕਛੂ ਨਾ ਪਾਏ। ਵਾਹਿਗੁਰੂ ਦੀ ਗਤ ਮਿਤ, ਗਤ ਕਹਿੰਦੇ ਨੇ ਅਵਸਥਾ ਨੂੰ, ਮਿਤ ਕਹਿੰਦੇ ਨੇ ਮਰਿਆਦਾ ਨੂੰ। ਵਾਹਿਗੁਰੂ ਦੀ ਅਵਸਥਾ ਦਾ, ਵਾਹਿਗੁਰੂ ਦੀ ਮਰਿਆਦਾ ਦਾ ਕੋਈ ਅੰਤ ਨਹੀਂ ਲੈ ਸਕਿਆ। ਕਿਵੇਂ ਉਹਨੇ ਸ੍ਰਿਸ਼ਟੀ ਬਣਾਈ ਹੋਈ ਹੈ ਤੇ ਕਿਵੇਂ ਇਹ ਸਾਰਾ ਕੁਝ ਚੱਲ ਰਿਹਾ। ਵੇਖੋ, ਧਰਤੀ ਪਾਣੀ ਦੇ ਵਿੱਚ ਹੈ, ਪਾਣੀ ਤਿੰਨ ਗੁਣਾ ਹੈ, ਪਾਣੀ ਡੋਬ ਨਹੀਂ ਰਿਹਾ। ਫਿਰ ਇਹ ਧਰਤੀ ਆਕਾਸ਼ ਵਿੱਚ ਘੁੰਮ ਰਹੀ ਹੈ। ਕੈਸੀ ਅਦਭੁਤ ਰਚਨਾ ਹੈ ਵਾਹਿਗੁਰੂ ਪਰਮਾਤਮਾ ਦੀ। ਇਹ ਮਰਿਆਦਾ ਉਹ ਆਪ ਹੀ ਜਾਣਦਾ ਹੈ। ਨਾਨਕ ਤਾਂ ਕਹਿ ਬਲ ਬਲ ਜਾਏ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਜਿਨ੍ਹਾਂ ਨੂੰ ਸਮਝ ਆ ਗਈ ਰੱਬ ਦੇ ਮਾਰਗ ਦੀ, ਉਹ ਪਰਮਾਤਮਾ ਤੋਂ ਸਦਕੇ ਜਾਂਦੇ ਨੇ, ਪਰਮਾਤਮਾ ਦਾ ਅੰਤ ਨਹੀਂ ਲੈਂਦੇ। ਵਾਹਿਗੁਰੂ ਵਿੱਚ ਅਭੇਦ ਹੁੰਦੇ ਨੇ, ਵਾਹਿਗੁਰੂ ਤੋਂ ਬਲਿਹਾਰ ਜਾਂਦੇ ਨੇ। ਸਤਿਗੁਰੂ ਜੀ ਮਿਹਰਾਮਦ ਕਰਨ, ਇਸ ਤਰ੍ਹਾਂ ਦੀ ਰੂਹਾਨੀ ਸੋਝੀ ਸਾਨੂੰ ਵੀ ਆਵੇ, ਬਾਣੀ ਨਾਲ ਜੁੜ ਕੇ ਲਾਹਾ ਲੈ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।